बिस्मिल्लाहिर्रहमानिर्रहीम। अस्सलामुअलैकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज आपको शेखू साहब के डेयरी फार्म पे लेकर आए हैं। शेखू साहब एक नहायत ही तजर्बाकार किसान हैं। ये आपको बताएंगे कि क्यों ये सिर्फ नीली बार की भैंसें ही रखते हैं और ये नीली बार से भैंसें कैसे डेयरों से खरीदते हैं और इनकी पहलन जोटियाँ 22-22 किलो तक दूध क्यों देती हैं, ये उनको क्या खिलाते हैं कि वो जल्दी बन जाती हैं और इनका टाइम ज़ाया नहीं होता। इन्होंने सिर्फ 2 मुलाजम ही रखे हुए हैं जो सारी चीज़ें मैनेज कर लेते हैं और इसके लिए इन्होंने क्या मैनेजमेंट अपनाई हुई है कि इनको कम मुलाजम रखने पड़े बड़े डेयरी फार्म पे। इसके अलावा और भी बहुत सारी मुफीद टेक्निक्स जो ये अपनाते हैं आपको बताएंगे। साथ ही साथ आपको ये भी बताएंगे कि क्यों कुछ दोस्त डेयरी फार्मिंग में फ़ेल होकर इसको छोड़ देते हैं और वो इस पर कैसे काबू पा सकते हैं। आप ये सारी बातें जान सकेंगे अगर आप ये वीडियो शुरू से लेकर आखिर तक देखेंगे। इंशाल्लाह आपको फ़ायदा ज़रूर होगा। अगर वीडियो अच्छी लगे तो इसको लाइक और शेयर ज़रूर कीजिएगा। आइंदा भी ऐसी मज़ीद मालूमाती वीडियोस देखते रहने के लिए चैनल को सब्सक्राइब करके घंटी का निशान दबाइएगा। तो चलें शेखू साहब से मिलते हैं। अस्सलाम वालेकुम। वालेकुम सलाम। चाचू जी की हाल चाल है? जी ठीक ठाक, शुक्र है अल्लाह। चाचू ज़रा अपना और अपने डेयरी फार्म का तारफ़ करवा दिया जी। ये मेरा नाम जनाब अब्दुल गफूर शेखू है। ठीक है। शेखू डेयरी फार्म है माशाल्लाह। ते ऐसा जनाब मझां लियांदियां ने नीली चों। ठीक है। हाँ जी, गाइयां ने झोटा है साडा 1 साल दा ही होया। ठीक है, जबरदस्त। हाँ जी। अपना इलाका किहड़ा चाचू? ये साडा जी समड़ियाल इलाका है। चाचू किन्ने अरसे तुसीं डेयरी फार्मिंग दे शोबे नाल लिंक्ड हो? जी 2 साल होए जे डेरा शेरा बनाया, डेयरी शुरू की। ठीक है। ये बस चलदा ही है पे काम ये माशाल्लाह। हाँ जी। ਤੇ ਮੱਝਾਂ ਤੁਸੀਂ ਉੱਥੋਂ ਜਾ ਕੇ ਆਪ ਲਿਆਏ ਸੋ ਇੱਥੋਂ ਜਾਂ ਅੱਡਿਆਂ ਤੋਂ ਲੈ ਲੀਆਂ ਸਨ? ਨਹੀਂ ਅਸੀਂ ਜਾ ਕੇ ਉੱਥੋਂ ਆਂਦੀਆਂ ਹਜੇ ਲੁੱਡਣ ਤੋਂ ਮੰਡੀ ਚੋਂ ਨਹੀਂ, ਅਸੀਂ ਡੇਰਿਆਂ ਤੋਂ ਜਾ ਕੇ ਚੋ ਕੇ ਮੱਝਾਂ ਵੇਖ ਕੇ ਲਿਆਂਦੀਆਂ ਨੇ। ਅੱਛਾ। ਸਾਡੀਆਂ ਮਾਸ਼ਾਅੱਲਾ ਚੰਗੀਆਂ ਮੱਝਾਂ ਨੇ, ਜ਼ਬਰਦਸਤ, ਚੰਗਾ ਦੁੱਧ ਦਿੰਦੀਆਂ ਨੇ। ਤੁਹਾਡੇ ਕੋਲ ਜਿਹੜੀ ਮੱਝ ਹਾਈਐਸਟ ਦੁੱਧ ਦਿੰਦੀ ਉਹ ਕਿੰਨਾ ਕੁ ਦੇ ਛੱਡਦੀ? ਇਹ ਜਨਾਬ 16 ਤੋਂ 17 ਕਿਲੋ ਮੱਝ ਦੇ ਰਹੀ ਹੈ। ਤੇ ਉਸ ਤੋਂ ਥੱਲੇ ਗਾਂ ਜਿਹੜੀ ਹੈ ਸਾਡੀ ਉਹ ਕੋਈ ਤਕਰੀਬਨ ਮਣ ਵੀ ਕਰ ਛੱਡਦੀ ਏ। ਦੋਵਾਂ ਟਾਈਮਾਂ ਦਾ? ਕੀ ਬਾਤ ਹੈ। ਮਣ ਇਹ ਗਾਂ ਕਾਲੀ ਜਿਹੜੀ ਏ ਮਣ ਦੁੱਧ 35-34 ਕਿਲੋ ਆਮ ਰੂਟੀਨ ਇਹਦੀ। ਅੱਛਾ। ਜੇ ਸਾਂਭੀਏ ਤੇ ਮਣ ਕਰ ਛੱਡਦੀ। ਜ਼ਬਰਦਸਤ। ਤੇ ਮੱਝਾਂ ਦੀ ਉਹ ਆਮ ਰੂਟੀਨ ਕਿੰਨੀ ਹੈ? ਆਮ ਰੂਟੀਨ ਜਿਹੜੀ ਹੈ 14-15 ਹੈ। ਇੱਥੇ ਹੀ ਚੱਲ ਰਹੀ ਹੈ। ਤੇ ਜਿਹੜੀਆਂ ਸਾਂਭੀਏ ਵੰਡਾ ਛੰਡਾ ਇਹਨਾਂ ਨੂੰ ਖੁਰਾਕ ਬਿਹਤਰ ਕਰੀਏ, ਅਸੀਂ ਇਹ ਸੈਲਜ ਪਾਉਂਦੇ ਆ। ਜਦੋਂ ਸੈਲਜ ਪਾਉਂਦੇ ਆ 16-17 ਕਿਲੋ ਕਰ ਜਾਂਦੀਆਂ ਜਿਹੜੀ 14-15 ਕਿਲੋ। ਸਾਈਲੇਜ ਦਾ ਰਿਜ਼ਲਟ ਅੱਛਾ ਹੈ? ਬਹੁਤ ਅੱਛਾ ਹੈ। ਸਾਈਲੇਜ ਆਪ ਹੀ ਬਣਾ ਰਹੀ ਜਾਂ ਤੁਸੀਂ? ਸੈਲਜ ਅਸੀਂ ਆਪ ਬਣਾਇਆ ਜੇ। ਅੱਛਾ। ਬੰਕਰ ਹੈ ਤੁਸੀਂ ਇੱਥੇ ਕਿਤੇ ਬਣਾਇਆ? ਜੀ ਹੈ ਸਾਹਮਣੇ ਪਿਆ ਜੇ। ਅੱਛਾ। ਬੰਕਰ ਤੋਂ ਬਗੈਰ ਹੀ ਅਸਾਂ ਓਪਨ ਹੀ ਸ਼ੀਟ ਨਾਲ ਜ਼ਬਰਦਸਤ। ਹਾਂਜੀ। ਯਾਨੀ ਤੁਸੀਂ ਸਮਝਦੇ ਹੋ ਕਿ ਸਾਈਲੇਜ ਆਮ ਚਾਰੇ ਦੀ ਨਿਸਬਤ ਬਿਹਤਰ ਹੈ? ਬਹੁਤ ਬਿਹਤਰ। ਇਹਦੇ ਨਾਲ ਕੋਈ ਦੁੱਧ ਦੇ ਵਿੱਚ ਸਮੈਲ ਵਗੈਰਾ ਤਾਂ ਨਹੀਂ ਆਉਂਦੀ? ਕੋਈ ਸਮੈਲ ਨਹੀਂ ਆਉਂਦੀ, ਬਲਕਿ ਦੁੱਧ ਗਾੜਾ ਵੀ ਤੇ ਖੁਸ਼ਬੂਦਾਰ ਹੋ ਜਾਂਦਾ ਹੈ। ਇਹਦੀ ਫੈਟ ਵੱਧ ਜਾਂਦੀ ਹੈ। ਅੱਛਾ। ਹਾਂਜੀ, ਦੁੱਧ ਦਾ ਮਜ਼ਾ ਬਣ ਜਾਂਦਾ ਹੈ। ਜ਼ਬਰਦਸਤ, ਮਜ਼ੇਦਾਰ ਬਣਦਾ ਦੁੱਧ। ਇਸ ਟਾਈਮ ਕੁੱਲ ਕਿੰਨੇ ਜਾਨਵਰ ਨੇ ਫਾਰਮ 'ਚ? ਸਾਡੇ ਕੋਲ ਇਸ ਵੇਲੇ ਹੈ ਜੇ ਕੋਈ 35 ਹਾਂਜੀ। ਤੇ 35 ਜਾਨਵਰ ਰੋਜ਼ਾਨਾ ਦਾ ਤੁਹਾਡਾ ਕੀ ਖਰਚ ਕਰਵਾ ਹਰਦੇ ਨੇ ਚਾਰੇ ਵਗੈਰਾ ਦਾ? ਖਰਚਾ ਤੇ ਅਸੀਂ ਸਾਡਾ ਤੇ ਏਡਾ ਖਰਚਾ ਕੋਈ ਨਹੀਂ, ਕਮਾਦ ਵੀ ਆਪੀ ਲਾਇਆ। ਠੀਕ ਹੈ। ਸਟਾਲਾ ਵੀ ਆਪਣਾ ਬੀਜਿਆ। ਇੱਕ ਟਾਈਮ ਸੈਦਾ ਹੀ ਪਾਉਂਦੇ ਆ, ਇੱਕ ਟਾਈਮ ਸਟਾਲਾ ਪਾਉਂਦੇ ਆ ਤੇ ਕਮਾਦ ਪਾਉਂਦੇ ਆ। ਠੀਕ ਹੈ। ਸਾਡਾ ਤੇ ਖਰਚਾ ਦਾ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੁੰਦਾ ਕੋਈ, ਯਾਨੀ ਜ਼ਾਤੀ ਸਿਸਟਮ ਹੈ। ਠੀਕ ਹੈ। ਤੇ ਕਿੰਨਾ ਕੁ ਤੁਹਾਨੂੰ ਇਤੋਂ ਮਿਲ ਜਾਂਦੀ ਇਨਕਮ? ਮਾਸ਼ਾਅੱਲਾ ਰੁਪਈਆ 1.5 ਲੱਖ ਕੱਢ ਜਾਂਦੀਆਂ ਨੇ। ਜ਼ਬਰਦਸਤ। ਮਹਾਨਾ ਜ਼ਿੰਦਾਬਾਦ। ਅੱਲਾਹ ਪਾਕ ਮਜ਼ੀਦ ਬਰਕਤ ਦੇ। ਹਾਂਜੀ। ਅੱਛਾ ਸਰ, ਮੈਂ ਪੁੱਛਣਾ ਚਾਹਾਂਗਾ, ਤੁਸੀਂ ਜ਼ਿਕਰ ਕੀਤਾ ਤੁਸੀਂ ਇਹਨਾਂ ਨੂੰ ਸਾਈਲੇਜ ਵੀ ਖਿਲਾਉਂਦੇ ਹੋ, ਇਸ ਤੋਂ ਇਲਾਵਾ ਸਬਜ਼ ਚਾਰਾ ਵੀ ਖਿਲਾਉਂਦੇ ਹੋ ਜੀ। ਅਗਰ ਇਹਨਾਂ ਨੂੰ ਕੱਲਾ ਸਾਈਲੇਜ ਖਿਲਾਇਆ ਜਾਏ ਜਾਂ ਸਬਜ਼ ਚਾਰਾ ਖਿਲਾਇਆ ਜਾਏ ਤੇ ਕਿਹਦਾ ਖਰਚਾ ਜ਼ਿਆਦਾ ਹੈ? ਖਰਚਾ ਤੇ ਪੱਠੇ ਦਾ ਜ਼ਿਆਦਾ ਹੈ, ਲੇਕਿਨ ਸਾਈਲੇਜ ਜਿਹੜਾ ਇਹ ਗਰਮ ਹੁੰਦਾ ਹੈ। ਸਿਆਲ ਦਾ ਪੱਠਾ ਚੰਗਾ ਹੈ ਸਾਡੇ ਦੇਣ ਨਾਲ, ਗਰਮੀ ਵਾਲਾ ਪੱਠਾ ਨਹੀਂ ਚੰਗਾ। ਗਰਮੀਆਂ ਦੇ ਵਿੱਚ ਇਹ ਗਰਮ ਲੱਗਦਾ ਹੈ ਡੰਗਰਾਂ ਨੂੰ। ਪਰ ਅਸੀਂ ਤੇ ਵੈਸੇ ਹੁਣ ਵੀ ਇੱਕ ਟਾਈਮ ਚਾਰਾ ਪਾਉਂਦੇ ਆ, ਇੱਕ ਟਾਈਮ ਸੈਲਜ ਪਾਉਂਦੇ ਆ ਕਿ ਕੋਈ ਇਹਨਾਂ ਨੂੰ ਡਿਫੈਕਟ ਨਾ ਬਣੇ। ਗਰਮ ਵੀ ਸਟਾਲਾ ਸਰੋਂ ਠੰਡੀ ਹੁੰਦੀ ਹੈ, ਇਸ ਵਾਸਤੇ ਅਸੀਂ ਮਿਕਸ ਪਾਉਂਦੇ ਆ। ਯਾਨੀ ਤੁਹਾਡਾ ਜ਼ਿਆਦਾ ਜ਼ੇਨ ਹੈ ਕਿ ਤੁਸੀਂ ਇਹਨਾਂ ਨੂੰ ਸਾਈਲੇਜ ਸਰਦੀਆਂ ਵਿੱਚ ਹੀ ਪਾਣਾ ਹੈ? ਸਰਦੀਆਂ 'ਚ। ਗਰਮੀਆਂ 'ਚ ਨਹੀਂ ਪਾਣਾ? ਗਰਮੀਆਂ 'ਚ ਨਹੀਂ ਅਸੀਂ ਪਾਉਂਦੇ, ਬਿਲਕੁਲ। ਗਰਮੀਆਂ 'ਚ ਗਰਮ ਵੀ ਲੱਗਦਾ ਇਹਨਾਂ ਨੂੰ।
ਤੇ ਪਾਣੀ ਦਾ ਇਹਦੇ ਵਾਸਤੇ ਬਹੁਤ ਜ਼ਿਆਦਾ ਹੋਣਾ ਚਾਹੀਦਾ। ਜੇ ਸੈਲਜ ਪਾਈਏ ਤੇ ਡੰਗਰ ਖੁੱਲਾ ਹੋਣਾ ਚਾਹੀਦਾ, ਵੱਜਾ ਨਹੀਂ ਹੋਣਾ ਚਾਹੀਦਾ। ਯਾਨੀ ਕਿ ਆਪਣੀ ਮਰਜ਼ੀ ਨਾਲ ਪਾਣੀ ਆ। ਵੇਖਿਆ ਜੇ ਅਸਾਂ ਖੁੱਲੀਆਂ ਨੇ ਆਪਣੀ ਮਰਜ਼ੀ ਨਾਲ ਤਰੇ ਵਾਰੀ ਪਾਣੀ ਪੀਂਦੀਆਂ ਨੇ ਉਹਦੀਆਂ ਜੇ ਉਂਝ ਬੰਨ ਕੇ ਡਾਈਏ ਤੇ ਫਿਰ ਉਹ ਨੁਕਸਾਨ ਦਿੰਦਾ। ਜੇ ਸੈਲਜ ਪਾਈਏ ਤੇ ਡੰਗਰ ਵੱਜਾ ਹੋਏ ਫਿਰ ਤੇ ਮੁਲਾਜ਼ਮਾਂ ਨੇ 1-2 ਟਾਈਮ ਪਾਣੀ ਡਾਣਾ ਹੈ, ਲੇਕਿਨ ਉਹਦੇ ਨਾਲ ਫਿਰ ਡੰਗਰਾਂ ਨੂੰ ਨੁਕਸਾਨ ਹੁੰਦਾ। ਖੁੱਲਾ ਡੰਗਰ ਹੋਏ ਤੇ ਫਿਰ ਜਿਹੜਾ ਸੈਲਜ ਪਾਣਾ ਚਾਹੀਦਾ। ਠੀਕ ਹੈ। ਤੁਸੀਂ ਲੁੱਡਨ ਤੋਂ ਮੱਝਾਂ ਲੈ ਕੇ ਆਏ ਸੁਆਪੀ ਜੀ, ਤੇ ਤੁਹਾਨੂੰ ਕਿਸ ਤਰ੍ਹਾਂ ਉਸ ਦਿਨ ਮੱਝ ਪੈ ਗਈ ਸੀ ਇੱਥੋਂ ਤੱਕ? ਉਸ ਵੇਲੇ 2 ਸਾਲ ਹੋ ਗਏ ਨੇ ਸਾਨੂੰ ਇਹ ਮੱਝਾਂ ਖਰੀਦ ਕੇ ਉੱਥੋਂ ਲਿਆਂਦੀਆਂ ਜੀ। ਅਸੀਂ 2 ਤੋਂ 2-10-15 ਤੱਕ 2.25 ਦੀ ਰੇਂਜ ਚ ਲਿਆਂਦੀਆਂ ਸਨ। ਠੀਕ ਹੈ। ਤੇ ਮਾਸ਼ਾਅੱਲਾ ਬਹੁਤ ਚੰਗੀਆਂ ਰਹੀਆਂ ਨੇ ਆ ਕੇ। ਠੀਕ ਹੈ ਹਾਂਜੀ, ਬਹੁਤ ਰਿਜ਼ਲਟ ਇਹਨਾਂ ਦਾ। ਦੂਸਰਾ ਇਹ ਵੇ ਕਿ ਹੁਣ ਦੂਸਰੇ ਸੂਏ ਤੀਸਰੇ ਲੱਗ ਗਈਆਂ ਨੇ। ਜ਼ਬਰਦਸਤ। ਇੱਕ ਆ ਬੁਰੀ ਮੱਝ ਦੇ ਥੱਲੇ 22 ਕਿਲੋ ਦੁੱਧ ਦੇ। ਅੱਛਾ, ਕਿਹੜੀ ਮੱਝ ਹੈ? ਉਹ ਇੱਕ ਆਓ ਸਰ ਬੁਰੀ ਮੱਝ ਵਿਖਾਓ ਆਪਣੀ। ਜੀ ਇਹ ਬੁਰੀ ਮੱਝ ਹੁਣ ਮਾਸ਼ਾਅੱਲਾ ਇਹਨੂੰ 3 ਮਹੀਨੇ 4 ਮਹੀਨੇ ਹੋ ਗਏ ਨੇ ਇਹਨੂੰ ਸੌਰੀ ਨੂੰ, ਅੱਗੋਂ ਸੂਣ ਵਾਲੀ ਏ। ਤੇ ਇਹ ਸੂਏ ਦੇ ਵਿੱਚ ਪਹਿਲਣ ਹੋ ਕੇ 22 ਕਿਲੋ ਦੁੱਧ ਕਰਦੀ ਰਹੀ ਏ ਮਾਸ਼ਾਅੱਲਾ। ਹਾਂਜੀ, ਬਹੁਤ ਅੱਛਾ, ਬਹੁਤ ਨਸਲ ਵਾਲੀ ਮੱਝ ਹੈ ਜਿਹੜੀ। ਇਹ ਕਿਹੜੀ ਨਸਲ ਹੈ? ਨੀਲੀ ਹੈ? ਇਹ ਨੀਲੀ ਦੀ ਹੈ, ਬਾਹਰ ਦੀ ਨੀਲੀ ਬਾਹਰ। ਕੱਦ ਵੀ ਤਾਂ ਛੋਟਾ ਹੀ ਹੈ। ਕੱਦ ਵੀ ਛੋਟਾ ਹੈ, ਲੇਕਿਨ ਇਹਨੂੰ ਵੇਖੋ ਤੁਸੀਂ, ਪੱਠੇ ਵੀ ਉਹੀ ਖਾਂਦੀ ਹੈ। ਪੱਠੇ ਵੀ ਉਹੀ ਪੱਠੇ ਖਾਂਦੀ ਏ, ਲੇਕਿਨ ਇਹਦਾ ਜਿਹੜਾ ਨਾ 22 ਕਿਲੋ ਤੱਕ ਇਹਦੀ ਐਵਰੇਜ ਰਹੀ ਹੈ। ਠੀਕ ਹੈ। ਤੇ ਇਹ ਕਿੰਨੇ ਦੀ ਮੈਂ ਲੈ ਕੇ ਆਏ ਹੋ? ਇਹ 2,10,000 ਦੀ ਆਂਦੀ। ਜ਼ਬਰਦਸਤ, ਯਾਨੀ ਕੁਦਰਤੀ ਤੌਰ ਤੇ ਅੱਛੀ ਪੈ ਗਈ। ਅੱਛਾ, ਜਿਹੜੀ ਮੱਝ ਉੱਥੋਂ 2-10 ਦੀ ਮਿਲਦੀ ਹੈ, ਸਾਡੇ ਇਲਾਕੇ ਚ ਆ ਕੇ ਕਿੰਨੇ ਦੀ ਮਿਲਦੀ ਹੈ? ਉਹ 2.5 ਲੱਖ ਦੀ। ਯਾਨੀ ਇੱਥੇ ਨਾ ਫਰਕ ਪੈ ਜਾਂਦਾ। ਫਰਕ ਹੈ। ਜ਼ਬਰਦਸਤ। ਹਾਂਜੀ। ਤੁਸੀਂ ਇਹਨਾਂ ਜਾਨਵਰਾਂ ਦੇ ਕੱਟੀਆਂ ਦਾ ਕੀ ਕਰਦੇ ਹੋ? ਅਸੀਂ ਕੱਟੇ ਮਾਸ਼ਾਅੱਲਾ ਸਾਡੀਆਂ ਇਹ ਪਹਿਲੇ ਸੂਏ ਦੀਆਂ ਇਹ ਕੱਟੀਆਂ ਨੇ। ਅੱਛਾ, ਦੇਖੋ ਨਾ ਇਹ ਚਾਰੇ ਇਹ ਸਾਲ ਚ ਇੰਨਾ ਕਰ ਗਈਆਂ? ਨਹੀਂ, ਇਹ 2 ਸਾਲ ਦੀਆਂ ਹੋਈਆਂ ਨੇ। ਅੱਛਾ, ਯਾਨੀ ਪਹਿਲੇ ਸੂਏ ਤੋਂ। ਇਹ ਤਿੰਨੇ ਹੀ ਕੱਟੀਆਂ ਨੇ। ਠੀਕ ਹੈ। ਕੱਟਾ ਉਧਰ ਇੱਕ ਵੱਜੇ ਆ। ਇਹਨਾਂ ਚ ਕੋਈ ਬਣੀ ਵੀ ਹੈ ਕਿ ਹਲੇ ਛੋਟੇ? ਇਹ ਬਣ ਗਈਆਂ, 2 ਬਣ ਗਈਆਂ ਨੇ। ਇਹ ਦੋਵੇਂ ਉੱਡੀਆਂ ਬਣ ਗਈਆਂ। ਕਿੰਨੀ ਉਮਰ ਚ ਕਰਕੇ ਬਣੀਆਂ ਨੇ? ਇਹ 2 ਸਾਲ ਦੀਆਂ ਹੋ ਕੇ ਬਣ ਗਈਆਂ। ਕਈ ਲੋਕਾਂ ਨੇ 3 ਸਾਲ ਦੀਆਂ ਬਣਦੀਆਂ ਨੇ। ਨਹੀਂ, 2 ਸਾਲ ਤੇ ਕੁਛ ਉੱਤੇ। ਤੇ ਕੀ ਕਰਦੇ ਹੋ ਕਿ ਤੁਹਾਡੀਆਂ ਕੱਟੀਆਂ ਛੇਤੀ ਬਣ ਗਈਆਂ ਨੇ? ਇਹ ਖੁਰਾਕ ਇਹਨਾਂ ਨੇ ਵੇਖ ਲਓ, ਇਹਨਾਂ ਦੀ ਸਿਹਤ ਜਿਹੜੀ ਹੈ ਉਹ ਖਾਂਦੀਆਂ ਚੰਗਾ ਨੇ। ਠੀਕ ਹੈ। ਹਾਂਜੀ, ਪਰਵਰਿਸ਼ ਪਾਣੀ ਜਾਨੀ ਸੈਲਜ ਦੀ ਵਜ੍ਹਾ ਹੈ ਸਾਰੀ। ਪੱਠਿਆਂ ਵਾਲੀਆਂ ਜਿਹੜੀਆਂ ਇਹਨਾਂ ਨੇ ਛੇਤੀ ਬਣਦੀਆਂ। ਯਾਨੀ ਸਾਇਲੇਜ ਨਾਲ ਜ਼ਿਆਦਾ ਇਹਨਾਂ ਨੂੰ ਪ੍ਰੋਟੀਨ ਵਿਟਾਮਿਨਸ ਮਿਲਦੇ ਨੇ, ਇਹ ਛੇਤੀ ਸਿਹਤਮੰਦ ਹੁੰਦੀਆਂ ਨੇ ਔਰ ਛੇਤੀ ਹੁਣ ਵੀ ਇਹ ਜਿਹੜਾ ਸੈਲਜ ਦਾ ਹੀ ਹੈ, ਸੈਲਜ ਦਾ ਪੱਠਾ ਜਿਹੜਾ ਸੁੱਕਾ ਹੈ ਨਾ। ਠੀਕ ਹੈ। ਇਹ ਸੈਲਜ ਤੁਹਾਨੂੰ ਉਧਰ ਵੀ ਵਿਖਾਣੇ ਆ। ਸੈਲਜ ਖਾਂਦੀਆਂ ਨੇ ਤੇ ਬੜੀਆਂ ਅੱਛੀਆਂ ਰਹਿੰਦੀਆਂ। ਯਾਨੀ ਤੁਹਾਡੇ ਨਜ਼ਦੀਕ ਅਗਰ ਸਾਇਲੇਜ ਖਾਣ ਤੇ ਬਣਦੀਆਂ ਵੀ ਛੇਤੀ ਬਣਦੀਆਂ। ਬਿਲਕੁਲ ਠੀਕ ਹੋ। ਉਹ ਤੇ ਫਿਰ ਇੱਕ ਬੜਾ ਜ਼ਿਆਦਾ। ਹਾਂਜੀ, ਇਹ ਝੋਟਾ ਜਨਾਬ ਲਿਆਂਦਾ ਸੀ ਮੱਝਾਂ ਦੇ ਨਾਲ ਹੀ। ਅੱਛਾ। ਉਦੋਂ ਇਹ ਦੋਂਦਾ ਲੱਗਾ ਸੀ ਤੇ ਹੁਣ ਛਿਗਾ ਲੱਗ ਗਿਆ। ਅੱਛਾ। ਮਾਸ਼ਾਅੱਲਾ ਇਹਦੀਆਂ ਮੱਝਾਂ ਸਾਰੀਆਂ ਸੂਈਆਂ ਨੇ। ਉੱਥੋਂ ਦੀ ਨਸਲ ਲੈ ਕੇ ਆਏ ਸਨ ਨਾਲ ਮੱਝਾਂ ਦੇ। ਯਾਨੀ ਪਿਓਰ ਨਸਲ ਨਾਲ ਲੈ ਕੇ? ਪਿਓਰ ਨਸਲ ਹੈ, ਉੱਥੋਂ ਲੈ ਕੇ ਆਏ ਸੀ ਅਸੀਂ। ਕੀ ਨਵੇਂ ਡੇਰੀ ਫਾਰਮਰਾਂ ਨੂੰ ਮਸ਼ਵਰਾ ਦਵੋਗੇ ਕਿ ਜਦੋਂ ਮੱਝਾਂ ਖਰੀਦਣ ਨਾਲ ਇੱਕ ਝੋਟਾ ਵੀ ਖਰੀਦਣ? ਝੋਟਾ ਲਾਜ਼ਮੀ ਹੋਣਾ ਚਾਹੀਦਾ ਤੇ ਨਸਲੀ ਹੋਣਾ ਚਾਹੀਦਾ। ਸਭ ਤੋਂ ਨਸਲ ਚੱਲਦੀ ਝੋਟੇ ਤੋਂ ਹੈ। ਹਾਂਜੀ। ਝੋਟੇ ਦੀ ਨਸਲ ਦਾ ਪਤਾ ਕਿਸ ਤਰ੍ਹਾਂ ਚੱਲਦਾ ਹੈ? ਇਹਦਾ ਪਤਾ ਜਨਾਬ, ਇੱਕ ਤੇ ਇਹਦੀ ਸ਼ਕਲ ਸੂਰਤ, ਕੱਦ ਬੁੱਤ, ਵੇਲ ਸਾਰੀ ਸੋਹਣੀ ਹੁੰਦੀ ਹੈ। ਦੂਸਰੀਆਂ ਇਹਦੀਆਂ ਜੇ ਚੰਗੀ ਨਸਲ ਦਾ ਉੱਥੇ ਝੋਟੇ ਜਿਹੜੇ ਨੇ ਇਹਦੀਆਂ ਆਂਡਾਂ ਹੁੰਦੀਆਂ ਨੇ ਵੱਖਰੀਆਂ। ਠੀਕ ਹੈ। ਉਹ ਫਿਰ ਮੱਝਾਂ ਦੇ ਥਣਾ ਦੇ ਵਿੱਚ ਵੀ ਉਸ ਤਰ੍ਹਾਂ ਹੀ ਵਿੱਥ ਤੇ ਹੁੰਦੇ ਨੇ। ਜ਼ਬਰਦਸਤ। ਹਾਂਜੀ। ਆਂਡਾਂ ਤੋਂ ਕੀ ਮੁਰਾਦ ਲੈ ਰਹੇ ਹੋ? ਆਂਡਾਂ ਤੋਂ ਇਹ ਜਿਹੜੇ ਇਹਦੇ ਗੁਰਦੇ ਨੇ ਨਾ, ਇਹ ਆਂਡਾਂ ਜਿਹੜਾ ਦੇਖਿਆ ਇਹ ਲਹਿਦਾ ਹੁਣ ਤੇ ਸਿਆਲ ਤੇ ਥੋੜਾ ਅੱਛਾ ਇਕੱਠਾ ਹੋਇਆ ਦਾ ਇਹਦੇ ਵਾਸਤੇ। ਠੀਕ ਹੈ। ਖਾਸ ਲਓ ਜੀ, ਇਹ ਆਂਡਾ ਵੇਖ ਲਓ ਤੁਸੀਂ, ਬਿਲਕੁਲ ਸਹੀ ਹੋ ਗਿਆ। ਹਾਂਜੀ। ਠੀਕ ਹੈ। ਕਰਨੇ ਆ। ਕਾਲੀ ਨਸਲ ਨੂੰ ਪਸੰਦ ਕਰਦੇ? ਕਾਲੀ ਨਸਲ ਹੈ ਮੱਝਾਂ ਵੇਖਿਆ ਜੀ ਸਾਰੀਆਂ ਜਿਹੜੀਆਂ ਨਾ ਕਾਲੀ ਨਸਲ ਦੇ ਕੁੜੀਆਂ ਨੇ, ਇਹਨਾਂ ਦਾ ਕੱਦ ਬਹੁਤ ਸੋਹਣਾ ਹੈ, ਦੁੱਧ ਤੋਂ ਚੰਗੀਆਂ ਰਹਿੰਦੀਆਂ ਨੇ। ਠੀਕ ਹੈ। ਇਹ ਸਾਡੇ ਕੋਲ ਸਾਰੀ ਨਸਲ ਹੈ ਇਹ ਕਾਲੀ। ਜਿਹੜੀ ਕਾਲੀਆਂ ਨੂੰ ਅੱਛੀਆਂ ਹੁੰਦੀਆਂ ਨੇ? ਹਾਂਜੀ, ਅਸੀਂ ਉਹ ਬਿਹਤਰ ਅੱਛੀਆਂ ਹੁੰਦੀਆਂ ਨੇ। ਪੂਰੀ ਇਹ ਸਾਰੀਆਂ ਤੋਂ ਅੱਛੀ ਨਿਕਲ ਆਈ ਹੈ। ਠੀਕ ਹੈ। ਲੇਕਿਨ ਇਹ ਮੱਝਾਂ ਜਿਹੜੀਆਂ ਨਾ ਆ ਕੇ ਇੱਥੇ ਵੱਧਦੀਆਂ ਬੜੀਆਂ ਨੇ। ਉਦੋਂ ਬਿਲਕੁਲ ਛੀਟੀਆਂ ਝੋਟੀਆਂ ਆਸਾਨ ਦੀਆਂ ਸਨ। ਇੱਥੇ ਆ ਕੇ ਕਿੱਡੀ ਮੱਝ ਬਣ ਗਈ ਹੈ। ਜ਼ਬਰਦਸਤ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਤੁਹਾਡੇ ਆਨੇ ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲ ਰਹੇ ਨੇ? 2 ਆਦਮੀ ਨੇ। 2 ਆਦਮੀ ਆਰਾਮ ਨਾਲ ਸੰਭਾਲ ਲੈਂਦੇ? ਆਰਾਮ ਨਾਲ। ਜ਼ਬਰਦਸਤ। ਇਹ 2 ਆਦਮੀ ਆ ਕੱਢਦੇ ਨੇ ਧਾਰਾਂ ਪੱਠੇ ਸਾਰਾ ਸਿਸਟਮ ਇਹਨਾਂ। ਠੀਕ ਹੈ। ਅੱਛਾ, ਇਹ ਦੱਸੋ ਕਿ ਇਸ ਕੰਮ 'ਚ ਕੋਈ ਮਸਾਇਲ ਵੀ ਹੈ ਨੇ?
ਇਸ 2 ਸਾਲਾਂ 'ਚ ਤੁਹਾਨੂੰ ਕਿਹੜੇ ਮਸਾਇਲ ਦਾ ਸਾਹਮਣਾ ਕਰਨਾ ਪਿਆ? ਮਸਾਇਲ ਜਨਾਬ ਹੈ ਨੇ ਇਹਨਾਂ ਨੂੰ। ਇਹ ਬਿਮਾਰੀ ਇੱਕ ਮੋਖਰ ਆਉਂਦੀ ਏ, ਇੱਕ ਵਾਰੀ ਮੋਖਰ ਆਈ ਉਦੋਂ ਅਸੀਂ ਪਰੇਸ਼ਾਨ ਹੋਏ ਆ। ਫਿਰ ਹੁਣ ਸਾਨੂੰ ਪਤਾ ਲੱਗ ਗਿਆ, ਡਾਕਟਰਾਂ ਨਾਲ ਮਸ਼ਵਰਾ ਕੀਤਾ ਕਿ ਇਹਨਾਂ ਨੂੰ ਵੈਕਸੀਨ ਜਿਹੜੀ ਇਹਨਾਂ ਸਾਲ ਬਾਅਦ ਕਰਾਣੀ ਚਾਹੀਦੀ ਹੈ। ਅੱਛਾ। ਉਹ ਹੁਣ ਸਾਲ ਬਾਅਦ ਵੈਕਸੀਨ ਜਦੋਂ ਕਰਾਤੀ ਹੈ ਫਿਰ ਕੋਈ ਮਸਲਾ ਨਹੀਂ ਹੋਇਆ। ਅੱਛਾ। ਵੈਕਸੀਨ ਜ਼ਰੂਰੀ ਹੈ। ਜਦੋਂ ਡੰਗਰ ਬਾਹਰੋਂ ਨਵਾਂ ਲਿਆਈਏ ਉਹਨੂੰ ਜ਼ਰੂਰ ਵੈਕਸੀਨ ਕਰਕੇ ਤੇ ਵੇਚਣਾ ਚਾਹੀਦਾ। ਠੀਕ ਹੈ। ਮੰਡੀਆਂ ਜੋ ਲਿਆਈਏ ਬਾਹਰੋਂ ਲਿਆਈਏ ਤੇ ਵੈਕਸੀਨ ਚਾਹੀਦੀ ਹੈ। ਯਾਨੀ ਪਹਿਲੇ ਵੈਕਸੀਨ ਕਰੋ ਫਿਰ ਆਪਣੇ ਨੂੰ ਡੇਰੀ ਸ਼ਾਮਲ ਕਰੋ, ਆਪਣੀ ਡੇਰੀ ਦੇ ਵਿੱਚ ਵਾੜੇ ਛੱਡੋ। ਠੀਕ ਹੈ। ਹਾਂਜੀ, ਇਹ ਦਾ ਬਹੁਤ ਜ਼ਰੂਰੀ ਹੈ। ਮੂੰਹ ਖੁਰ ਦਾ ਫਿਰ ਕੀ ਹਾਲ ਕੀਤਾ ਹਜੇ? ਮੂੰਹ ਖੁਰ ਤੇ ਫਿਰ ਟੀਕੇ ਕੋਈ ਦਵਾਈਆਂ ਇਸ ਤਰ੍ਹਾਂ ਹੀ ਕੋਈ ਨਹੀਂ, ਉਹ ਟਾਈਮ ਨਾਲ ਜਦੋਂ ਆ ਜਾਂਦੀ ਹੈ ਨਾ ਫਿਰ ਉਹਦੇ ਤੇ ਕੋਈ ਅਸਰ ਨਹੀਂ ਦਵਾਈ ਕਰਦੀ। ਠੀਕ ਹੈ। ਹਾਂਜੀ, ਫਿਰ ਉਹ ਡੰਗਰ ਜਿਹੜੇ ਨਾ ਉਹ ਨਾ ਬਿਮਾਰੀ ਭੂਤਣੀ। ਠੀਕ ਹੈ ਜੀ। ਅੱਛਾ ਸਰ, ਜਿਹੜਾ ਤੁਹਾਡਾ ਫਾਰਮ ਹੈ ਓਵਰਆਲ ਕਿੰਨੇ ਰਕਬੇ ਵਿੱਚ ਹੈ? ਇਹ ਫਾਰਮ ਜਿਹੜਾ ਸਾਡਾ 10 ਕਨਾਲ ਜੇ। 10 ਕਨਾਲ। ਤੇ ਇਹ ਜਿਹੜੇ ਸ਼ੈੱਡ ਦੇ ਅੰਦਰ ਅਸੀਂ ਮੌਜੂਦ ਆ, ਇੱਕ ਸ਼ੈੱਡ ਹੈ ਵੇ, ਇੱਕ ਉਹ ਖੱਬੀ ਸਾਈਡ ਤੇ ਦੂਸਰਾ ਸ਼ੈੱਡ ਹੈ, ਇਹਨਾਂ ਦੀ ਕਿੰਨੀ ਲੰਬਾਈ ਤੇ ਕਿੰਨੀ ਚੌੜਾਈ ਹੈ? ਇਹ ਸ਼ੈੱਡ ਜਿਹੜਾ ਤਕਰੀਬਨ 60 ਫੁੱਟ ਲੰਬਾਈ ਹੈ ਤੇ ਇਹਦੀ ਤਕਰੀਬਨ ਕੋਈ 30 ਫੁੱਟ ਚੌੜਾਈ ਹੈ। ਤੇ ਉਹ ਜਿਹੜਾ ਦੂਸਰਾ ਵੀ ਇੰਨਾ ਹੀ ਹੈ। ਅੱਛਾ, 60 ਫੁੱਟ ਲੰਬਾਈ 30 ਫੁੱਟ ਚੌੜਾਈ। ਹਾਂਜੀ। ਤੇ ਇਹ ਦੋ ਸ਼ੈੱਡਾਂ ਦੇ ਅੰਦਰ ਕਿੰਨੇ ਜਾਨਵਰ ਆਈ ਜਾਂਦੇ ਨੇ? ਇਹਦੇ ਵਿੱਚ ਜਾਨਵਰ ਹੈ 35 ਜਾਨਵਰ ਜੇ ਖੁੱਲੇ ਹੀ ਰਹਿੰਦੇ ਨੇ, ਜਿੱਥੇ ਮਰਜ਼ੀ ਹੋਏ ਇਹਨਾਂ ਦੇ। ਆ ਬਾਹਰ ਜਿਹੜਾ ਖਾਲੀ ਜਗ੍ਹਾ ਇਹਦੇ ਉੱਤੇ ਵੀ ਤਰਪਾਲ ਹੁੰਦੀ ਹੈ, ਇਹ ਵੀ ਛੱਤ ਕਰਦਾ ਰਾਤ ਨੂੰ। ਅੱਛਾ। ਹਾਂਜੀ, ਇਹਨਾਂ ਦੀ ਸਾਈਡਾਂ ਤੇ ਵੀ ਤਰਪਾਲ ਸੁੱਟ ਦਿੰਦੇ? ਹਾਂਜੀ, ਇਹਨਾਂ ਸਾਈਡਾਂ ਤੇ ਵੀ ਤਰਪਾਲ ਹੁੰਦੀ ਹੈ। ਇਹ ਵੀ ਸਾਰਾ ਜਿਹੜਾ ਓਵਰਆਲ ਹੈ ਵਿਹੜਾ ਵੀ ਜਿਹੜਾ ਛੱਤ ਕਰਨਾ ਜੋ ਤਰਪਾਲਾਂ ਪਾਣੀਆਂ ਨੇ। ਅੱਛਾ, ਤੁਸੀਂ ਜਿਹੜੀ ਸਾਈਡਾਂ ਤੇ 4 ਦੀਵਾਰੀ ਕੀਤੀ ਹੈ, ਤੁਸੀਂ ਬਲਾਕ ਇਸਤੇਮਾਲ ਕੀਤੇ ਨੇ? ਜੀ ਜੀ। ਬਲਾਕ ਇਸਤੇਮਾਲ ਕਰਨ 'ਚ ਕੋਈ ਫਾਇਦਾ ਜਾਂ ਖਰਚਾ ਕੰਮ ਹੁੰਦਾ ਹੈ? ਖਰਚਾ ਕੰਮ ਹੁੰਦਾ ਹੈ। ਫਾਇਦਾ ਇਹਦਾ ਮਜ਼ਬੂਤ ਤੇ ਇੱਟਾਂ ਹੀ ਹੁੰਦੀਆਂ ਨੇ, ਲੇਕਿਨ ਇੱਟਾਂ ਦੀ ਮਹਿੰਗਾਈ ਦੀ ਵਜ੍ਹਾ ਤੋਂ ਇਹ ਬਲਾਕ ਫਿਰ ਵੀ ਮੁਨਾਸਬ ਪੈਂਦਾ ਇਸ ਵਾਸਤੇ। ਲੇਕਿਨ ਸਾਨੂੰ ਬਲਾਕ 'ਚ ਕੋਈ ਦਿੱਕਤ ਨਹੀਂ ਆਈ। ਹਾਂਜੀ, ਅਸੀਂ ਬਲਾਕ ਇਸ ਵਾਸਤੇ ਇਸਤੇਮਾਲ ਕੀਤਾ ਕਿ ਜਲਦੀ ਤਿਆਰ ਵੀ ਹੋ ਜਾਂਦਾ ਤੇ ਖਰਚਾ ਵੀ ਘੱਟ। ਤੇ 2 ਸਾਲ ਪਹਿਲੇ ਸਾਰਾ ਸਿਸਟਮ ਕੀਤਾ ਜੇ? ਨਹੀਂ, ਇਹ ਹੁਣ ਬਿਲਕੁਲ ਨਵਾਂ ਬਣਾਇਆ ਜੇ ਨਾਲ ਉੱਪਰ। ਅੱਛਾ। ਉਹ ਜਗ੍ਹਾ ਜਿਹੜੀ ਹੈ ਨਵੀਂ ਹੈ, ਹੁਣ 10-20 ਦਿਨ ਹੋਏ ਨੇ ਡੰਗਰਾਂ ਵਾਸਤੇ ਕੱਚੀ ਜਗ੍ਹਾ ਬਣਾਈ ਏ। ਅੱਛਾ, ਹੁਣ ਕੱਚੀ ਬਣਾਈ ਏ ਥੋੜੀ ਦੇਰ। ਉਹ ਜਾ ਕੇ ਧੁੱਪੇ ਫਿਰ ਦਿਹਾੜੀ ਪੈਂਦੀਆਂ ਨੇ। ਤੇ ਇਹ ਜਿਹੜਾ ਨਾਲ ਹੌਸ ਬਣਾਇਆ ਹੈ ਇਹ ਨਹਾਉਣ ਵਾਸਤੇ। ਕਿੰਨੇ ਮਰਲੇ ਵਿੱਚ? ਇਹ ਹੌਸ ਜਨਾਬ 40 ਬਾਈ 22 ਦੇ। 40 ਬਾਈ 22। ਤੇ ਇਹਦੀ ਗਹਿਰਾਈ ਕਿੰਨੀ ਹੈ? ਗਹਿਰਾਈ 4 ਫੁੱਟ ਜੇ। 4 ਫੁੱਟ। ਕਿੰਨੇ ਜਾਨਵਰ ਆਸਾਨੀ ਨਾਲ ਨਹਾ ਸਕਦੇ ਨੇ? ਇਹਦੇ ਡੰਗਰ ਆਪਣਾ ਬਹਿ ਜਾਂਦੇ ਜੇ ਜਾਨਵਰ ਤੇ 30-35 ਬਹਿ ਜਾਂਦੇ ਨੇ ਆਰਾਮ ਨਾਲ। ਜਿੰਨੇ ਜਾਨਵਰ ਹੈ ਨੇ ਸਾਡੇ ਸਾਰੇ ਵੜ ਜਾਂਦੇ ਨੇ। ਠੀਕ ਹੈ ਅੰਕਲ ਜੀ, ਅਸੀਂ ਤੁਹਾਨੂੰ ਕਾਫੀ ਗੱਲਾਂ ਪੁੱਛੀਆਂ ਨੇ। ਕੋਈ ਖਾਸ ਗੱਲ ਜਿਹੜੀ ਸਾਨੂੰ ਪੁੱਛਣੀ ਚਾਹੀਦੀ ਸੀ ਨਵੇਂ ਦੋਸਤਾਂ ਦੇ ਕਾਰੋਬਾਰੀ ਪੁਆਇੰਟ ਆਫ ਵਿਊ ਨਾਲ, ਜਿਹੜੇ ਇਹਨੂੰ ਸ਼ੁਰੂ ਕਰਨਾ ਚਾਹਣ, ਅਸੀਂ ਨਹੀਂ ਪੁੱਛੀ, ਆਪਣੀ ਤਰਫੋਂ ਦੱਸ ਦਿਓ। ਵੇਖੋ ਜੀ, ਇਹ ਕੰਮ ਤੇ ਬਹੁਤ ਅੱਛਾ ਹੈ। ਇਹਦੇ ਵਿੱਚ ਮਸਲੇ ਮਸਾਇਲ ਜਿਹੜੇ ਨੇ ਥੋੜੇ ਬਹੁਤੇ, ਜ਼ਮੀਨ ਆਪਣੀ ਹੋਵੇ, ਕਮ ਤੋਂ ਕਮ ਚਾਰੇ ਵਾਸਤੇ ਜ਼ਮੀਨ ਹੋਵੇ, ਉਹਦੇ ਦੇਖਭਾਲ ਉੱਤੇ ਆਪੀ ਰਹੇ ਬੰਦਾ ਕਰੇ ਤੇ ਫਿਰ ਇਹ ਕਰਨਾ ਚਾਹੀਦਾ। ਕਈਆਂ ਦੋਸਤਾਂ ਕੀਤਾ ਤੇ ਉਹ ਛੱਡ ਜਾਂਦੇ ਨੇ, ਨੁਕਸਾਨ ਹੋ ਜਾਂਦਾ ਹੈ ਕਿ ਦੇਖਭਾਲ ਦੀ ਵਜ੍ਹਾ ਤੋਂ। ਠੀਕ ਹੈ। ਦੇਖਭਾਲ ਜਿਹੜੇ ਕੰਮ ਤੇ ਕਰ ਸਕਦੇ ਹੋ ਆਪੀ ਉੱਤੇ ਹੋਵੋ ਤੇ ਕਰੋ, ਨਹੀਂ ਤਾਂ ਨਹੀਂ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਜਨਾਬ ਜੀ, ਬਹੁਤ ਸ਼ੁਕਰੀਆ। अस्सलाम वालेकुम।